ਵਾਦ ਸੰਵਾਦ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਹਾਜ਼ਰ ਹਾਂ ਲੈ ਕੇ ਤੁਹਾਡਾ ਖਾਸ ਪ੍ਰੋਗਰਾਮ ਵਾਦ ਸੰਵਾਦ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਮਹਾਨ ਸ਼ਖਸੀਅਤ ਦੀ ਜਿਹੜੀ ਅੱਜ ਮੁਲਾਕਾਤ ਕਰਾਉਣ ਜਾ ਰਹੇ ਹਾਂ, ਕਿਉਂਕਿ ਹਰ ਇੱਕ ਇਨਸਾਨ ਜਿਹੜਾ ਆਪਣੇ ਪੱਧਰ ਤੇ ਆਪਣੀਆਂ ਜਿਹੜੀਆਂ ਉਹਨਾਂ ਕੋਲ ਪਹੁੰਚਾਂ ਹੁੰਦੀਆਂ ਨੇ ਉਹ ਤਰੀਕੇ ਜਿਹੜਾ ਸਮਾਜ ਦੀ ਜਾਂ ਕੁਦਰਤ ਦੀ ਜਿਹੜਾ ਸੇਵਾ ਕਰਦਾ ਰਹਿੰਦਾ ਹੈ। ਲੇਕਿਨ ਅੱਜ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਸਹੀ ਪੱਧਰ ਤੇ ਨੌਜਵਾਨਾਂ ਨੂੰ ਇੰਨਾ ਕੁ ਵਧੀਆ ਤਰੀਕੇ ਨਾਲ ਪ੍ਰੇਰਿਤ ਕੀਤਾ ਹੈ ਕਿ ਅੱਜ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਨੇ ਉਹ ਕੁਦਰਤ ਦੀ ਸੇਵਾ ਦੇ ਵਿੱਚ ਜੁੜ ਚੁੱਕੇ ਨੇ। ਮੇਰੀ ਮੁਰਾਦ ਹੈ ਰਵਨੀਤਪਾਲ ਸਿੰਘ ਜੋ ਇਕੋ ਸਿੱਖ ਤੇ ਇੰਡੀਆ ਦੇ ਪ੍ਰੋਜੈਕਟ ਮੈਨੇਜਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਇਕੋ ਸਿੱਖ ਦਾ ਕੀ ਮੇਨ ਮਕਸਦ ਕੀ ਹੈ ਜੀ? ਇਕੋ ਸਿੱਖ ਜਥੇਬੰਦੀ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ ਜਦੋਂ ਇੱਕ ਕਾਲ ਆਈ ਸੀ ਸਾਰੇ ਰਿਲੀਜਨਸ ਨੂੰ ਜੀ ਵੀ ਸਾਰੇ ਧਰਮ ਆਪੋ ਆਪਣਾ ਇੱਕ ਐਫਰਟ ਲਗਾਉਣ ਕਿ ਜਿਹੜੀ ਇਸ ਟਾਈਮ ਕਲਾਈਮੇਟ ਚੇਂਜ ਇਸ਼ੂਜ਼ ਨੇ, ਜਿਹੜੀ ਧਰਤੀ ਦਾ ਤਾਪਮਾਨ ਵੱਧ ਰਿਹਾ ਤੇ ਲੱਖਾਂ ਦੀ ਗਿਣਤੀ ਵਿੱਚ ਰੁੱਖ ਕੱਟੇ ਜਾ ਰਹੇ ਨੇ, ਨਹਿਰਾਂ ਦੀ ਪੋਲਿਊਸ਼ਨ ਹੋ ਰਹੀ, ਏਅਰ ਪੋਲਿਊਸ਼ਨ ਹੋ ਰਹੀ, ਵੀ ਸਾਰੇ ਧਰਮ ਜਿਹੜੇ ਨੇ ਉਹਨਾਂ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੋਲੋਅਰਸ ਨੇ। 80% ਦੁਨੀਆ ਦੀ ਜਿਹੜੀ ਜਨਤਾ ਹੈ ਉਹ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜੀ ਹੋਈ, ਚਾਹੇ ਉਹ ਜਿਊ ਹੈ, ਕ੍ਰਿਸਚਨ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ। ਤੇ ਕਿਉਂ ਨਾ ਵੀ ਇਹ ਜਿਹੜੀ ਸਾਰੀ ਫੋਲੋਇੰਗ ਹੈ ਇਹ ਕੁਛ ਨਾ ਕੁਛ ਕਰੇ ਵੀ ਰਾਦਰ ਦੈਨ ਜਿਹੜੀਆਂ ਸਰਕਾਰਾਂ ਨੇ ਜਾਂ ਹੋਰ ਅਦਾਰੇ ਨੇ, ਸਾਇੰਟਿਸਟ ਜਾਂ ਹੋਰ ਆਰਗੇਨਾਈਜੇਸ਼ਨਸ ਨੇ, ਵੀ ਇਹ ਫੇਥ ਕਮਿਊਨਿਟੀਜ਼ ਨੂੰ ਵੀ ਐਫਰਟ ਕਰਨਾ ਚਾਹੀਦਾ। ਸੋ ਜਿਹੜਾ ਸਿੱਖ ਧਰਮ ਵੱਲੋਂ ਉਹ ਪ੍ਰੋਜੈਕਟ ਜਿਹੜਾ ਬਣਾਇਆ ਗਿਆ ਉਹਦਾ ਨਾਮ ਅਸੀਂ ਇਕੋ ਸਿੱਖ ਜਿਹੜਾ 5 ਈਅਰ ਪਲਾਨ ਦਾ ਰੱਖਿਆ। ਓਕੇ। ਤੇ ਇਸ ਤਰ੍ਹਾਂ ਇਹ ਵੀ ਸਟਾਰਟਡ ਵਿਦ ਇਨ ਐਸੋਸੀਏਸ਼ਨ ਵਿਦ ਯੂਨਾਈਟਿਡ ਨੇਸ਼ਨਸ। ਤੇ ਅਸੀਂ ਮੁੱਖ ਤੌਰ ਤੇ ਜਿਹੜਾ ਆਪਣੇ ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਦੇਸ਼ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜੀ ਵੀ ਇਹ ਜਿਹੜਾ ਸਾਡਾ ਰਿਲੇਸ਼ਨ ਹੈ ਵੀ ਕਹਿਣ ਮਾਤਰ ਨਹੀਂ, ਕੁਛ ਨਿਭਾਉਣ ਮਾਤਰ ਵੀ ਹੈ। ਵੀ ਮਾਂ ਪਿਓ ਦੇ ਨਾਲ ਤੇ ਸਾਡਾ ਜਿਹੜਾ ਫਰਜ਼ ਹੈ ਉਹ ਕੁਛ ਨਿਭਾਉਣਾ ਬਣਦਾ। ਅਸੀਂ ਇਹਨੂੰ ਉਜਾਗਰ ਕਰਨਾ ਚਾਹੁੰਦੇ ਹਾਂ। ਇਨ ਐਡੀਸ਼ਨ ਟੂ ਦੈਟ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਜੀਵਨ ਰਿਹਾ ਉਹ ਸਾਨੂੰ ਦਿਖਦਾ ਕਿ ਸਾਖੀਆਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਦਾ ਵਾਤਾਵਰਨ ਦੇ ਨਾਲ ਇੱਕ ਪਿਆਰ ਦਾ ਨਾਤਾ ਸੀਗਾ ਤੇ ਉਸ ਨਾਤੇ ਨੂੰ ਅਸੀਂ ਉਜਾਗਰ ਕਰਨਾ ਚਾਹੁੰਦੇ ਹਾਂ ਸੋ ਦੈਟ ਸਿੱਖ ਕਮਿਊਨਿਟੀ ਕੈਨ ਐਡਰੈਸ ਥੀਜ਼ ਕਲਾਈਮੇਟ ਚੇਂਜ ਇਸ਼ੂਜ਼। ਓਕੇ। ਸੋ ਉਹ ਇਸ ਤਰ੍ਹਾਂ ਵੀ ਅੱਗੇ ਅਸੀਂ ਕਾਰਵਾਈ ਇਹਦੀ ਵਧਾਈ ਜਾ ਸਕੇ। ਮੈਂ ਤੁਹਾਡੇ ਬਾਰੇ ਸਟੱਡੀ ਕਰ ਰਿਹਾ ਸੀ ਕਿ ਤੁਸੀਂ ਬੈਚਲਰ ਡਿਗਰੀ ਹੈ ਤੁਹਾਡੇ ਕੋਲ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ। ਤੁਸੀਂ ਆਪਣੀ ਇਸ ਡਿਗਰੀ ਤੋਂ ਬਾਅਦ ਜਿਹੜਾ ਹੈ ਆਪਣੇ ਕਿਸੇ ਵੱਡੀ ਜੋਬ ਵਾਸਤੇ ਕਿਉਂ ਨਹੀਂ ਅਪਲਾਈ ਕੀਤਾ? ਇੱਧਰ ਕਿਸ ਤਰ੍ਹਾਂ ਮੂਵਮੈਂਟ ਦਾ ਸੋਚਿਆ ਕਿ ਕੁਦਰਤ ਦੀ ਸੇਵਾ ਕੀਤੀ ਜਾਵੇ? ਇਹਦੇ ਕੀ ਖਿਆਲ ਸਨ ਉਸ ਵੇਲੇ ਮਨ 'ਚ? ਲਾਈਕ ਯੂ ਸੈਡ ਵੀ ਪਹਿਲਾਂ ਤਾਂ ਮੈਂ ਕਿਸੇ US ਦੀ ਇਰੀਗੇਸ਼ਨ ਕੰਸਲਟੈਂਸੀ ਨਾਲ 4-5 ਸਾਲ ਕੰਮ ਕੀਤਾ ਤੇ ਉੱਥੇ ਵੀ ਸਾਡਾ ਜਿਹੜਾ ਵਾਟਰ ਕੰਜ਼ਰਵੇਸ਼ਨ ਦੇ ਵਿੱਚ ਬੜਾ ਫੋਕਸ ਰਹਿੰਦਾ ਸੀਗਾ ਜੀ। ਤੇ ਪਰ ਮੇਰਾ ਜਿਹੜਾ ਉਸ ਤੋਂ ਪਹਿਲਾਂ ਦਾ ਪਿਛੋਕੜ ਹੈ ਵੈਨ ਆਈ ਵਾਜ਼ ਇਨ +1 11th ਸਟੈਂਡਰਡ ਸੀਗਾ ਜਦੋਂ ਮੈਂ, ਤੇ ਮੇਰੇ ਪ੍ਰੋਫੈਸਰ ਹੋਇਆ ਕਰਦੇ ਸੀ ਸਰਦਾਰ ਬਰਿੰਦਰਜੀਤ ਸਿੰਘ ਬਿਰਦੀ। ਓਕੇ। ਫਿਜ਼ਿਕਸ ਪੜ੍ਹਾਉਂਦੇ ਸੀ ਪਰ ਉਹ ਸਾਨੂੰ ਇੱਕੋ ਗੱਲ ਕਿਹਾ ਕਰਦੇ ਸੀ ਵੀ ਪੁੱਤਰੋ ਇਹ ਪੰਜਾਬ ਦੀ ਧਰਤੀ ਤੇ ਪਾਣੀ ਦੀ ਬੂੰਦ ਦਾ ਬੜਾ ਮੁੱਲ ਪੈਣ ਵਾਲਾ ਹੈ, ਤੁਸੀਂ ਖਿਆਲ ਰੱਖਿਆ ਕਰੋ। ਉਹ ਜਿਹੜੀ ਮੇਰੇ ਅੰਦਰ ਜਿਹੜੀ ਸੀ ਨਾ ਉਹ ਮੈਨੂੰ ਬਹੁਤ ਪੈਸ਼ਨ ਦਿੰਦੀ ਸੀ ਗੱਲ। ਤੇ ਜਿਵੇਂ ਟਾਈਮ ਅੱਗੇ ਚੱਲਦਾ ਰਿਹਾ ਰੱਬ ਨੇ ਜਿਹੜੇ ਸੰਜੋਗ ਬਣਾਏ, ਆਈ ਹੈਪਨ ਟੂ ਕਨੈਕਟ ਵਿਦ ਡਾਕਟਰ ਰਾਜਵੰਤ ਐਂਡ ਇਕੋ ਸਿੱਖ, ਤੇ ਉਹ ਮੈਨੂੰ ਆਪਣੀ ਜਿਹੜੀ ਪੈਸ਼ਨ ਦੇ ਜਿਹੜਾ ਪਲੇਟਫਾਰਮ ਮਿਲ ਗਿਆ। ਤੇ ਆਈ ਥਿੰਕ ਵੀ ਮੈਂ ਆਪਣਾ ਜੀਵਨ ਇਹਦੇ 'ਚ ਸਮਰਪਿਤ ਕਰਨ ਦਾ ਵੀ ਇੱਕ ਜਿਵੇਂ ਕਹਿ ਲਓ ਵੀ ਬਣ ਹੀ ਗਿਆ ਵੀ ਇਹਦੇ ਵਿੱਚ ਸੇਵਾ ਵੀ ਹੈ ਤੇ ਕੰਮ ਵੀ ਹੈ। ਸੋ ਨਾਲੇ ਪੁੰਨ ਨਾਲੇ ਵਲੀਆਂ ਤੇ ਉਹ ਨਾਲੇ ਗੁਰੂ ਸਾਹਿਬ ਨਾਲ ਤੁਸੀਂ ਕਨੈਕਟ ਰਹਿੰਦੇ ਹੋ ਇਹਦੇ ਨਾਲ ਤੇ ਸਾਰੀ ਸੰਗਤ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਤੇ ਇੱਕ ਤੁਹਾਡੇ ਕੋਲ ਮਿਸ਼ਨ ਹੈ ਲਾਈਫ ਦਾ। ਤੇ ਉਹ ਉਸ ਤੋਂ ਵੱਡੀ ਕੀ ਚੀਜ਼ ਹੈ ਤੁਹਾਨੂੰ ਜੇ ਦਿਸ਼ਾ ਮਿਲ ਜਾਏ ਜ਼ਿੰਦਗੀ ਦੀ। ਤੇ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਫਾਊਂਡੇਸ਼ਨ ਡੇ ਜਿਹੜਾ ਉਹ ਕਾਫੀ ਸੁਰਖੀਆਂ ਬਟੋਰੀਆਂ ਉਹਨੇ, ਕਿਉਂਕਿ 37 ਸਾਲ ਜਿਹੜਾ ਹੈ ਅੰਮ੍ਰਿਤਸਰ ਦੇ ਰਾਜਨੀਤਿਕ ਲੋਕ ਜਾਂ ਉੱਥੋਂ ਦੀ ਬਿਊਰੋਕ੍ਰੇਸੀ ਜਿਹੜੀ ਉਹ ਭੁੱਲ ਚੁੱਕੀ ਸੀ ਉਹਨੂੰ। ਇਕੋ ਸਿੱਖ ਨੇ ਇਹ ਜਿਹੜਾ ਹੀਲਾ ਵਿੱਢਿਆ ਕਿ ਉਹ ਜਿਹੜਾ ਦਿਨ ਨੂੰ ਮਨਾਇਆ ਗਿਆ, ਫਿਰ ਲੋਕਾਂ ਨੂੰ ਦੱਸਿਆ ਗਿਆ ਕਿ ਇਸ ਦਿਨ ਜਿਹੜਾ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ ਸੀ, ਅੰਮ੍ਰਿਤਸਰ ਅੱਜ ਬਣਿਆ ਸੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਗੁਰਬਾਣੀ 'ਚ ਆਉਂਦਾ ਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਜੀ ਉਹ ਸਾਡੇ ਮਨ 'ਚ ਵੀ ਸਦਾ ਸੀ ਵੀ ਇਹ ਵੀ ਸਿੱਖ ਦਾ ਹਿਰਦਾ ਜਿਹੜਾ ਉਹ ਅੰਮ੍ਰਿਤਸਰ ਹੈ। ਕੋਈ ਵੀ ਸਿੱਖ ਚਾਹੇ ਦੁਨੀਆ 'ਚ ਕਿਤੇ ਵੀ ਰਹਿੰਦਾ ਹੋਵੇ ਵੀ ਚਾਹੇ ਉਹ ਇੰਗਲੈਂਡ ਰਹਿੰਦਾ ਜਾਂ USA ਰਹਿੰਦਾ, ਮਲੇਸ਼ੀਆ ਰਹਿੰਦਾ, ਆਸਟ੍ਰੇਲੀਆ ਰਹਿੰਦਾ, ਉਹਨੇ ਤੇ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਇੱਕ ਐਸਾ ਸਥਾਨ ਹੈ ਜਿੱਥੇ ਜਾ ਕੇ ਨਤਮਸਤਕ ਹੋਣਾ,
ਉਹ ਅੰਮ੍ਰਿਤਸਰ ਹੈ। ਓਕੇ। ਸੋ ਸਾਡਾ ਦੂਜਾ ਇਹ ਸੀਗਾ ਕਿ ਗੁਰਬਾਣੀ ਦਾ ਜਿਹੜਾ ਅਨੂਪ ਰਾਮਦਾਸ ਹੈ, ਉਹ ਰਾਮਦਾਸਪੁਰ ਦੀ ਜਿਹੜੀ ਅਨੂਪਤਾ ਦੈਟ ਵਾਜ਼ ਮਿਸਿੰਗ। ਸੋ ਉਹਨੂੰ ਵੀ ਕਨੈਕਟ ਕਰੀਏ, ਅਤੇ ਜੇ ਉਸ ਸਿਟੀ ਦੇ ਵਿੱਚ ਅਸੀਂ ਪਰਿਵਰਤਨ ਚਾਹੁੰਦੇ ਹਾਂ ਤੇ ਵੀ ਹੈਡ ਟੂ ਟੱਚ ਦਾ ਗਲੋਬਲ ਕਮਿਊਨਿਟੀ, ਲਾਈਕ ਉਹ ਹੈਂਡ ਇਨ ਹੈਂਡ ਦੋਵੇਂ ਪਾਸੇ ਚੱਲਦਾ। ਤੇ ਜੇ ਅਸੀਂ ਉੱਥੇ ਕੰਮ ਕਰਦੇ ਹਾਂ ਤੇ ਮੈਸੇਜ ਸਪਰੈਡਸ ਆਊਟ ਐਵਰੀਵੇਅਰ। ਬਿਲਕੁਲ। ਤੇ ਅਸੀਂ ਉਹ ਫਿਰ ਜਿਹੜਾ ਅੰਮ੍ਰਿਤਸਰ ਦਾ ਫਾਊਂਡੇਸ਼ਨ ਡੇ ਜਿਹਨੂੰ 36 ਸਾਲ ਕਿਸੇ ਨੇ ਪੁੱਛਿਆ ਨਹੀਂ, ਤੇ ਉਹਨੂੰ ਅਸੀਂ ਇਸ ਤਰ੍ਹਾਂ ਮਨਾਉਣ ਦਾ ਇੱਕ ਜਿਹੜਾ ਕਹਿ ਲਈਏ ਵੀ ਨਾਅਰਾ ਲਾਇਆ ਵੀ ਇਹ ਅੰਮ੍ਰਿਤਸਰ ਦੀ ਨੇਚਰ ਦੀ ਸੰਭਾਲ, ਇੱਥੋਂ ਦੇ ਵਾਤਾਵਰਣ, ਇੱਥੋਂ ਦੀ ਪੌਣ ਪਾਣੀ ਤੇ ਇੱਥੋਂ ਦੀ ਲੈਂਡ ਦੇ ਵਾਸਤੇ ਹੋਊਗਾ, ਨਥਿੰਗ ਐਲਸ। ਵੀ ਬਿਲਕੁਲ ਮੈਂ ਸਮਝ ਸਕਦਾ। ਤੇ ਅੰਮ੍ਰਿਤਸਰ ਨੂੰ ਜਿਹੜਾ ਸਿੱਖਾਂ ਦਾ ਮੱਕਾ ਕਿਹਾ ਜਾਂਦਾ, ਕਿਉਂਕਿ ਉੱਥੇ ਹਰ ਇੱਕ ਸਿੱਖ ਜਿਹੜਾ ਆਪਣੀ ਅਰਦਾਸ ਦੇ ਵਿੱਚ ਜਿਹੜਾ ਉੱਥੇ ਦਰਸ਼ਨ ਕਰਦਾ ਹੈ। ਲੇਕਿਨ ਅੰਮ੍ਰਿਤਸਰ ਦੀ ਅਗਰ ਜੇ ਜਿਹੜੀ ਉਹਦੀ ਜਗ੍ਹਾ ਦੀ ਅਸੀਂ ਗੱਲ ਕਰੀਏ, ਜੇ ਹਕੀਕਤ ਦੀ ਗੱਲ ਕਰੀਏ, ਉੱਥੇ ਅੱਜ ਬਹੁਤ ਸਾਰੀਆਂ ਘਾਟਾਂ ਨੇ। ਗ੍ਰੀਨਰੀ ਦਾ ਕਿਤੇ ਨਾਮੋ ਨਿਸ਼ਾਨ ਨਹੀਂ। 0.88% ਜਿਹੜਾ ਉੱਥੇ ਜਿਹੜੀ ਗ੍ਰੀਨਰੀ ਹੈ, ਤੇ ਜੇ ਉੱਥੇ ਆਪਾਂ ਸਫਾਈ ਦੀ ਗੱਲ ਕਰੀਏ ਉਹ ਵੀ ਕਿਤੇ ਨਹੀਂ ਹੈਗੀ। ਪਰ ਤੁਹਾਡੇ ਵੱਲੋਂ ਇੱਕੋ ਸਿੱਖ ਵੱਲੋਂ ਜਿਹੜਾ ਅੰਮ੍ਰਿਤਸਰ 2017 ਨਾਮ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਉਹਦੇ ਵਿੱਚ ਕੀ ਤੁਸੀਂ ਜਿਹੜਾ ਕਰਨ ਜਾ ਰਹੇ ਹੋ? ਜਿਹੜਾ ਈਕੋ ਅੰਮ੍ਰਿਤਸਰ ਦਾ ਪ੍ਰੋਜੈਕਟ ਹੈ, ਉਹ ਪਹਿਲੀ ਗੱਲ ਤਾਂ ਮੈਂ ਜ਼ਰੂਰ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਇਹ ਕਿਸੇ ਇੱਕ ਧਰਮ ਦਾ ਪ੍ਰੋਜੈਕਟ ਨਹੀਂ ਹੈ। ਵੀ ਵੀ ਹੈਵ ਨੇਮਡ ਇਟ ਈਕੋ ਅੰਮ੍ਰਿਤਸਰ। ਸੋ ਵਨ ਥਿੰਗ ਕਿ ਇਹ ਸੈਕੂਲਰ ਪ੍ਰੋਜੈਕਟ ਹੈ ਐਂਡ ਵੀ ਆਰ ਇਨਵਾਈਟਿੰਗ ਆਲ ਦਾ ਕਮਿਊਨਿਟੀਜ਼ ਟੂ ਪਾਰਟਿਸਿਪੇਟ। ਤੇ ਗੁਰੂ ਰਾਮਦਾਸ ਜੀ ਨੇ ਜਦੋਂ ਨਗਰ ਵਸਾਇਆ ਸੀ, ਉਦੋਂ 32 ਕਿੱਤੇਕਾਰ ਵਸਾਏ ਸੀ ਉੱਥੇ, ਵੀ ਜਿਹੜੇ ਅਲੱਗ-ਅਲੱਗ ਕੰਮ ਕਰਦੇ ਨੇ। ਹੀ ਡਿਡਨਟ ਚੈੱਕ ਵੀ ਇਹ ਕਿਹੜੇ ਧਰਮ ਦਾ ਬੰਦਾ, ਵੀ ਇਹ ਮਸਾਲੇ ਵੇਚਦਾ, ਮੁਰੱਬੇ ਬਣਾਉਂਦਾ, ਖੰਡ ਬਣਾਉਂਦਾ ਜਾਂ ਮਿਸਤਰੀ ਹੈ, ਬਟ ਹੀ ਇਨਵਾਈਟਡ ਐਵਰੀਵਨ। ਸੋ ਇਹ ਸਾਡੀ ਰਿਸਪੌਂਸਿਬਿਲਿਟੀ ਕਿ ਹੁਣ ਅੱਗੋਂ 440ਵਾਂ ਦਿਵਸ ਜਦੋਂ ਆਉਣਾ 2017 'ਚ ਜੀ, ਵੀ ਉਦੋਂ ਤੱਕ ਅਸੀਂ ਉਸ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਪਰਿਵਰਤਨ, ਚਾਹੇ ਉਹਦੇ ਪਾਣੀ ਦੇ ਵਿੱਚ, ਚਾਹੇ ਉਹਦੀ ਗ੍ਰੀਨਰੀ ਵਿੱਚ, ਚਾਹੇ ਉਹਦੀ ਸੈਨੀਟੇਸ਼ਨ ਵਿੱਚ, ਚਾਹੇ ਉਹਦੀ ਟਰਾਂਸਪੋਰਟੇਸ਼ਨ ਵਿੱਚ। ਸੋ ਵੀ ਆਰ ਰੇਜ਼ਿੰਗ ਆਲ ਦੋਜ਼ ਇਸ਼ੂਜ਼ ਸੋ ਦੈਟ ਉਹਦੇ 'ਚ ਪਬਲਿਕ ਸਪੋਰਟ ਬਣ ਸਕੇ। ਅਤੇ ਫਿਰ ਉਸ ਪਬਲਿਕ ਸਪੋਰਟ ਤੁਹਾਨੂੰ ਜਦੋਂ ਬਣਦਾ, ਪਤਾ ਵੀ ਜਦੋਂ ਬਣਦੀ ਹੈ ਤੇ ਥਿੰਗਸ ਸਟਾਰਟ ਵਰਕਿੰਗ ਆਊਟ। ਅਤੇ ਇਹਦੇ ਵਿੱਚ ਅਸੀਂ ਮੁੱਖ ਤੌਰ 'ਤੇ ਜਿਹੜੀ ਇਹ ਮੀਡੀਆ ਐਡਵੋਕੇਸੀ ਨੂੰ ਆਪਾਂ ਜ਼ਰੂਰ ਅੱਗੇ ਰੱਖਦੇ ਹਾਂ ਫੋਰਫਰੰਟ 'ਤੇ, ਕਿ ਵੱਧ ਤੋਂ ਵੱਧ ਇਹਦੇ ਬਾਰੇ ਗੱਲ ਕੀਤੀ ਜਾ ਸਕੇ ਕਿ ਸੈਨੀਟੇਸ਼ਨ ਦੀ ਇੱਥੇ ਜ਼ਰੂਰਤ ਹੈ। ਵੀ ਜਿਹੜਾ ਸ਼ਹਿਰ ਰੋਜ਼ 600 ਟਨ ਕੂੜਾ ਪ੍ਰੋਡਿਊਸ ਕਰਦਾ, ਉਹ ਜਾ ਕਿੱਥੇ ਰਿਹਾ? ਹੂ ਇਜ਼ ਮੈਨੇਜਿੰਗ ਦੈਟ? ਤੇ ਜੇ ਮੈਂ ਕੰਪੈਰੀਜ਼ਨ ਕਰਾਂ, ਲੁਧਿਆਣੇ ਦੇ ਵਿੱਚ ਸਫਾਈ ਕਰਮਚਾਰੀ 5400 ਕਿ 5600 ਹੈ ਜੀ ਜੀ, ਤੇ ਇਨ ਪੈਰਲਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉਹ 1800 ਹੈ ਜੀ। ਸੋ ਹਾਊ ਆਰ ਦੇ, ਤੇ ਪਾਪੂਲੇਸ਼ਨ ਇਟ ਇਜ਼ ਕੰਪੇਰੇਬਲ, ਹਾਊ ਆਰ ਦੇ ਮੈਨੇਜਿੰਗ? ਸੋ ਇਹਦੇ ਵਿੱਚ ਸਗੋਂ ਆਪਣਾ ਸਰਕਾਰਾਂ ਨੇ ਤਾਂ ਜਾਗਣਾ ਹੀ ਜਾਗਣਾ, ਪਰ ਜਿਹੜੀਆਂ ਸੰਗਤਾਂ ਨੇ ਉਹ ਰੋਜ਼ ਐਫਰਟ ਕਰਕੇ ਇੱਥਾਂ ਅਜਨਾਲੇ ਦੇ ਇਲਾਕੇ 'ਚੋਂ 60 ਪਿੰਡ ਦੇ ਨੇੜੇ 'ਚੋਂ ਸੰਗਤਾਂ ਇਕੱਠੀਆਂ ਹੋ ਕੇ ਰੋਜ਼ ਰਾਤ ਨੂੰ ਸਫਾਈ ਕਰਦੀਆਂ ਉੱਥੇ। ਬਿਲਕੁਲ। ਸੋ ਦੈਟ ਇਜ਼ ਵਨ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਤੇ ਅਸੀਂ ਉਹਨੂੰ ਬਹੁਤ ਸਪੋਰਟ ਕਰ ਰਹੇ ਹਾਂ। ਤੇ ਦੂਸਰਾ ਜਿਹੜਾ ਗ੍ਰੀਨੀਫਿਕੇਸ਼ਨ ਦਾ ਪ੍ਰੋਜੈਕਟ ਹੈ, ਉਹ ਅਸੀਂ ਇੰਡਸਟਰੀਜ਼ ਦੇ ਨਾਲ, ਸਕੂਲਸ ਦੇ ਨਾਲ, ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਨੇ ਜਿਵੇਂ ਪਿੰਗਲਵਾੜਾ, ਚੀਫ ਖਾਲਸਾ ਦੀਵਾਨ ਤੇ ਈਵਨ ਮੌਸਕ, ਚਰਚ, ਇਹ ਸਾਰਿਆਂ ਦੇ ਨਾਲ ਅਸੀਂ ਵੀ ਕੁਛ ਨਾ ਕੁਛ ਕਾਰਵਾਈ ਕਿਸੇ ਨਾ ਕਿਸੇ ਤਰੀਕੇ ਰਲ ਕੇ ਕਰਦੇ ਹਾਂ ਵੀ ਫॉर द ਬੈਟਰਮੈਂਟ ਆਫ ਅੰਮ੍ਰਿਤਸਰ। ਲੇਕਿਨ ਮੈਂ ਚਾਹੁੰਦਾ ਕਿ ਜਿਹੜੀ ਇੱਕ ਈਕੋ ਸਿੱਖ ਵੱਲੋਂ ਵੀਡੀਓ ਤਿਆਰ ਕੀਤੀ ਗਈ ਸੀ, ਉਹ ਵੀ ਇੱਥੇ ਜ਼ਰੂਰ ਦਿਖਾਈਏ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਕੰਮ ਕਰਦੇ ਹੋ। ਸੋ ਮੈਂ ਇੱਕ ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਹਾਂ ਜਿਹਦੇ ਵਿੱਚ ਈਕੋ ਸਿੱਖ ਵੱਲੋਂ ਜਿਹੜੀ ਤਿਆਰ ਕੀਤੀ ਗਈ ਕਿ ਅੰਮ੍ਰਿਤਸਰ ਦੇ ਵਿੱਚ ਉਹ ਕਿਸ ਤਰ੍ਹਾਂ ਜਿਹੜਾ ਕੰਮ ਕਰਦੇ ਨੇ ਤੇ ਹਰ ਇੱਕ ਧਰਮ ਨੂੰ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਨਾਲ ਜੋੜ ਕੇ ਅੰਮ੍ਰਿਤਸਰ 2017 ਜਿਹੜਾ ਪ੍ਰੋਜੈਕਟ ਆ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ये 2017 तक इस शहर ਨੂੰ ਹਰਿਆ ਭਰਿਆ और साफ सुथरा करना है। Amritsar, my city, my pride, my responsibility. बहुत ही खूबसूरत है, जिथे
ਹਰ ਇੱਕ ਧਰਮ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਗਿਆ, ਉੱਥੇ ਹਰ ਵਰਗ ਨੂੰ ਕੀਤਾ ਗਿਆ ਤੇ ਨਾਲ ਹੀ ਹਰ ਏਜ ਗਰੁੱਪ ਦੇ ਬੰਦੇ ਨੂੰ ਜਿਹੜਾ ਇਹਦੇ ਵਿੱਚ ਇਨਵੋਲਵ ਕੀਤਾ ਗਿਆ। ਬਹੁਤ ਹੀ ਸੋਹਣਾ ਜਿਹੜਾ ਇਹ ਤੁਹਾਡਾ ਪ੍ਰੋਜੈਕਟ ਹੈ, ਇਹਨੂੰ ਜਿਹੜਾ ਤਰ੍ਹਾਂ ਤੁਸੀਂ ਚਲਾ ਰਹੇ ਹੋ, ਤੁਸੀਂ ਇਹਦੇ ਪ੍ਰਸ਼ੰਸਾ ਦੇ ਪਾਤਰ ਹੋ ਇਸ ਚੀਜ਼ ਨੂੰ ਲੈ ਕੇ। ਤੇ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਜੋੜਨਾ ਚਾਹੁੰਦਾ ਕਿ ਕੀ ਕਾਰਨ ਹੈ ਕਿ ਅੱਜ ਜਿੱਥੇ ਪੂਰੀ ਦੁਨੀਆ ਦੇ ਜਿਹੜੇ ਸ਼ਰਧਾ ਵਾਲੇ ਲੋਕ ਨੇ ਉਹ ਅੰਮ੍ਰਿਤਸਰ ਲੈਂਡ ਕਰਦੇ ਹੋਣ ਤੇ ਉੱਥੋਂ ਦੀ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਬਿਲਕੁਲ ਫੇਲ ਹੈ ਤੁਹਾਡੇ ਪ੍ਰੋਜੈਕਟ ਦੇ ਸਾਹਮਣੇ, ਕਿ ਉਹ ਬਿਲਕੁਲ ਉਹ ਸੋਚ ਨਹੀਂ ਪਾ ਰਹੇ ਉਸ ਤਰੀਕੇ। ਕੀ ਇਹਦੇ ਪਿੱਛੇ ਕੀ ਕਾਰਨ ਨੇ ਹੁਣ ਤੱਕ ਦੀ ਸਟੱਡੀ 'ਚ ਤੁਸੀਂ ਜਾਣਿਆ ਹੋਵੇ? ਸੋ ਮੈਂ ਬਹੁਤ ਹੀ ਇਸ ਬਾਰੇ ਮੈਂ ਕਿਸੇ ਦੀ ਉਹ ਨਿੰਦਿਆ ਜਾਂ ਕੋਈ ਗੱਲ ਤਾਂ ਨਹੀਂ ਕਰ ਸਕਦਾ, ਪਰ ਮੈਨੂੰ ਇਹ ਲੱਗਦਾ ਵੀ ਹਰੇਕ ਮਨੁੱਖ ਨੂੰ ਜਿਹੜੀ ਚੇਅਰ ਤੇ ਉਹ ਬੈਠਾ ਜੀ ਉਹਦੇ ਲਈ ਸਿੰਸੀਅਰ ਹੋਣ ਦੀ ਜ਼ਰੂਰਤ ਹੈ। ਤੇ ਜੇ ਉਹ ਕਿਸੇ ਧਰਮ ਦੀ ਪਾਲਣਾ ਕਰਦਾ, ਕਿਸੇ ਧਰਮ ਨੂੰ ਫੋਲੋ ਕਰਦਾ, ਹੀ ਸ਼ੁੱਡ ਲਰਨ ਫਰਮ ਹਿਜ਼ ਰਿਲੀਜਨ ਐਂਡ ਫੇਥ। ਵੀ ਜਾਂ ਕਿ ਮੈਂ ਉਹਦੇ ਕਸੂਰ ਕੱਢਾਂ, ਇਹ ਤਾਂ ਗੱਲ ਚੰਗੀ ਨਹੀਂ ਹੈ। ਤਾਂ ਮੈਂ ਜੇ ਕਿਤੇ ਮੇਰੀ ਆਰਗੇਨਾਈਜੇਸ਼ਨ ਐਗਜ਼ਿਬਿਟ ਕਰ ਪਾ ਰਹੀ ਕਿ ਵੀ ਆਰ ਸਿੰਸੀਅਰ ਟੂ ਆਵਰ ਕਾਜ਼, ਤੇ ਆਈ ਥਿੰਕ ਵੀ ਆਰ ਸੈਟਿੰਗ ਐਗਜ਼ਾਮਪਲ, ਤੇ ਲੋਕ ਉੱਥੋਂ ਸਾਰੇ ਨਾਲ ਜੁੜ ਕੇ ਸਾਨੂੰ ਸਪੋਰਟ ਕਰ ਰਹੇ ਨੇ। ਇਸ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਵਾਸਤੇ ਗੱਲ ਨਹੀਂ ਹੈ। ਤੇ ਉਹ ਇਹਦੇ ਨਾਲ ਇੱਕ ਜੁੜਦਾ ਹੋਰ ਸਵਾਲ ਹੈ, ਤੁਹਾਡੇ ਵੱਲੋਂ ਇੱਕ ਪ੍ਰੋਜੈਕਟ ਹੋਰ ਸ਼ੁਰੂ ਕੀਤਾ ਗਿਆ ਸੀ ਗ੍ਰੀਨ ਗੁਰਦੁਆਰਾਸ। ਉਹਦੇ ਵਿੱਚ ਕੀ ਹੈਗਾ, ਕਿਹੜੇ ਗੁਰਦੁਆਰਾ ਤੁਸੀਂ ਉਹ 'ਚ ਇਨਵੋਲਵ ਕੀਤੇ ਨੇ, ਕਿੰਨੀਆਂ ਕੁ ਉਹਦੇ ਸੰਗਤਾਂ ਜਿਹੜੀਆਂ ਤੁਹਾਨੂੰ ਸਪੋਰਟ ਕਰ ਰਹੀਆਂ ਨੇ? ਹਾਂਜੀ, ਜਿਹੜਾ ਗ੍ਰੀਨ ਗੁਰਦੁਆਰਾ ਦੀ ਜਿਹੜੀ ਹਜੇ ਲਾਂਚ ਹੋਣੀ ਬਾਕੀ ਹੈ ਵੈਸੇ ਲਾਈਕ ਫਾਰਮਲ ਜਿਹੜੀ, ਪਰ ਇਹਦੀ ਜਿਹੜੀ ਅਸੀਂ ਕਹਿ ਲਈਏ ਇਹਦੀ ਗੱਲਬਾਤ ਜਿਹੜਾ ਸਿੱਖ ਵਾਤਾਵਰਣ ਦਿਵਸ ਅਸੀਂ ਪਿਛਲੇ 4 ਸਾਲਾਂ ਤੋਂ ਕਰ ਰਹੇ ਹਾਂ। 14 ਮਾਰਚ ਨੂੰ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਉਹ ਸਾਰੇ ਵਰਲਡ ਦੇ ਵਿੱਚ ਐਜ਼ ਸਿੱਖ এনवायरमेंट ਡੇ ਮਨਾਇਆ ਜਾ ਰਿਹਾ ਹੈ। ਕਿਸੇ ਹੋਰ ਧਰਮ ਕੋਲ ਆਪਣਾ ਵਾਤਾਵਰਣ ਦਿਵਸ ਨਹੀਂ, ਪਰ ਸਿੱਖ ਧਰਮ ਦੇ ਕੋਲ ਹੁਣ ਹੈ। ਤੇ ਇਹਨੂੰ ਅਸੀਂ ਲਾਈਕ ਇਹ ਇੱਕ ਦਿਨ ਦੀ ਜਿਹੜੀ ਉਹ ਹੈ ਲਰਨਿੰਗ, ਤੇ ਅਸੀਂ ਇਹਨੂੰ ਕੰਟੀਨਿਊਸ ਲਾਈਕ 365 ਡੇਜ਼ ਦੀ ਜਿਹੜੀ ਰਿਫਲੈਕਸ਼ਨ 'ਚ ਚੇਂਜ ਕਰਨ ਵਾਸਤੇ ਗ੍ਰੀਨ ਗੁਰਦੁਆਰਾ ਉਹਦਾ ਵਿਸ਼ਾ ਇਹ ਹੈ ਕਿ ਗੁਰਦੁਆਰੇ ਦੇ ਜਿਹੜੀ ਬਿਲਡਿੰਗ ਹੈ ਉਹ ਸਾਰੀ ਗ੍ਰੀਨ ਹੈ, ਉੱਥੇ ਪਾਣੀ ਦੀ ਜਿਹੜੀ ਬਚਤ ਹੋ ਰਹੀ ਹੈ, ਉੱਥੇ ਬਿਜਲੀ ਦੀ ਬਚਤ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਵਾਟਰ ਆਡਿਟਸ, ਐਨਰਜੀ ਆਡਿਟਸ। ਤੇ ਉਹ ਸੰਗਤਾਂ ਜਿਹੜੀਆਂ ਉੱਥੋਂ ਦੀਆਂ ਉੱਥੇ ਕਿਤੇ ਨਾ ਕਿਤੇ ਆਪਣੇ ਗ੍ਰੀਨ ਪ੍ਰੋਜੈਕਟਸ ਕਰ ਰਹੀਆਂ ਤੇ ਆਪਣੇ ਨਗਰ ਕੀਰਤਨ ਦੇ ਵਿੱਚ ਤਬਦੀਲੀਆਂ ਲਿਆ ਰਹੀਆਂ ਕਿ ਫੂਡ ਵੇਸਟੇਜ ਘੱਟ ਹੋਵੇ, ਐਂਡ ਦੇ ਮੇਕ ਸ਼ੋਰ ਕਿ ਨਗਰ ਕੀਰਤਨ ਆਰ ਕਲੀਨ ਐਂਡ ਗ੍ਰੀਨ। ਤੇ ਦੈਟ ਪੋਰਟਰੇਜ਼ ਆਵਰ ਆਵਰ ਆਊਟਲੁੱਕ ਆਫ ਅ ਸਿੱਖ। ਤੇ ਉਹਦੇ ਵੱਲ ਸਾਡਾ ਜਿਹੜਾ ਵਿਸ਼ੇਸ਼ ਧਿਆਨ ਹੈ ਕਿ ਜਿਹੜੀਆਂ ਸਾਡੀਆਂ ਟੀਚਿੰਗਸ ਨੇ ਗੁਰਬਾਣੀ ਦੀਆਂ, ਜਿਨ੍ਹਾਂ ਨੂੰ ਸਿੱਖ ਵਾਤਾਵਰਣ ਦਿਵਸ 'ਤੇ ਅਸੀਂ ਕਰਦੇ ਹਾਂ ਰਿਵਾਈਵ, ਉਹ ਅਸੀਂ ਈਅਰ ਲੌਂਗ ਵੀ ਉਹਨੂੰ ਪ੍ਰੋਜੈਕਟ ਕਰ ਸਕੀਏ ਉੱਤੇ। ਤੇ ਉਹ ਗ੍ਰੀਨ ਗੁਰਦੁਆਰਾ ਇਹ ਵਿਸ਼ਾ ਹੈ। ਤੇ ਬਹੁਤ ਸਾਰੇ ਗੁਰਦੁਆਰੇ ਆਲਰੇਡੀ USA 'ਚ ਵੀ ਤੁਸੀਂ ਸੁਣੇ ਹੋਣਗੇ, ਵਰਜੀਨੀਆ 'ਚ ਨੇ, ਨਿਊ ਜਰਸੀ 'ਚ ਨੇ, ਵੀ ਜਿਨ੍ਹਾਂ ਨੇ ਸਟਾਇਰੋਫੋਮ ਦਾ ਤਿਆਗ ਕਰਕੇ ਹੁਣ ਸਟੀਲ ਦੇ ਭਾਂਡੇ ਯੂਜ਼ ਕਰਨੇ ਸ਼ੁਰੂ ਕੀਤੇ ਆ। ਸੋ ਵਿਚ ਇਜ਼ ਇਨ ਇਟਸੈਲਫ ਇਹ ਲੀਡ ਕਰ ਰਹੇ ਨੇ, ਤੇ ਮੈਨੀ ਗੁਰਦੁਆਰਾਜ਼ ਵਿਲ ਫੋਲੋ, ਐਂਡ ਮੈਨੀ ਗੁਰਦੁਆਰਾਜ਼ ਜਿਹੜੇ ਉਹ ਆਲਰੇਡੀ ਸੋਲਰ ਪੈਨਲਸ ਨਾਲ ਜਿਹੜੀ ਗ੍ਰੀਨ એનર્ਜੀ ਹਾਰਵੈਸਟ ਕਰ ਰਹੇ ਨੇ ਸੂਰਜ ਦੀ। ਸੋ ਦਿਸ ਇਜ਼ ਗੋਇੰਗ ਟੂ ਬੀ ਹਿਊਜ, ਵੀ ਸਾਰੇ ਜੇ ਸਾਡੇ ਗੁਰਦੁਆਰੇ ਇਸ ਨਿਸ਼ਾਨੇ 'ਤੇ ਚੱਲਣ ਕਿ ਅਸੀਂ ਧਰਤੀ ਦੇ ਉੱਤੇ ਲਾਈਟ ਰਹਿਣਾ, ਇਹਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣਾ, ਸੋ ਦੈਟ ਟੁਗੈਦਰ ਇਟ ਵਿਲ ਮੇਕ ਸਮਥਿੰਗ ਵੈਰੀ ਹਿਊਜ। ਬਹੁਤ ਵਧੀਆ। ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਫਿਰ ਜਾਰੀ ਰੱਖਾਂਗੇ, ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਦੋਸਤੋ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਤੇ ਸਾਡੇ ਨਾਲ ਰਵਨੀਤ ਸਿੰਘ ਜੀ ਨੇ, ਉਹਨਾਂ ਕੋਲ ਹੋਰ ਜਾਣਕਾਰੀ ਲੈਂਦੇ ਹਾਂ ਕਿ ਇੱਕੋ ਸਿੱਖ ਇਹ ਕੁਦਰਤ ਦੇ ਜਿਹੜੇ ਨਾਲ ਕਿਸ ਤਰ੍ਹਾਂ ਸਾਥ ਕਰ ਰਹੇ ਨੇ ਕਿ ਜਿਹਦੇ ਨਾਲ ਵੱਧ ਤੋਂ ਵੱਧ ਗ੍ਰੀਨਰੀ ਲਿਆਂਦੀ ਜਾਵੇ ਤੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਸੁਧਾਰ ਕਿਸ ਤਰ੍ਹਾਂ ਲਿਆਂਦਾ ਜਾਵੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੇ ਤੁਹਾਡੇ ਨਾਲ ਹੈ ਰਵਨੀਤ ਸਿੰਘ ਜੀ, ਜਿਹੜੇ ਈਕੋ ਸਿੱਖ ਇੰਡੀਆ ਦੇ ਜਿਹੜੇ ਮੈਨੇਜਰ ਨੇ। ਆਪਣੇ ਪ੍ਰੋਜੈਕਟ ਜਿਹੜੇ ਨੇ ਬੇਖੂਬੀ ਉੱਥੇ ਬੜੇ ਤਰੀਕੇ ਨਾਲ ਚਲਾ ਰਹੇ ਨੇ ਤੇ ਉਹਨਾਂ ਨਾਲ ਹੋਰ ਜਾਣਕਾਰੀ ਲੈਂਦੇ ਹਾਂ। ਮੈਂ ਇੱਕ ਚੀਜ਼ ਵੇਖੀ ਹੈ, ਮੈਂ ਅੰਮ੍ਰਿਤਸਰ ਜਦੋਂ ਤੁਹਾਡੇ ਉੱਥੇ ਨਗਰ ਕੀਰਤਨ ਨਿਕਲਦੇ ਸਨ ਤਾਂ ਮੈਂ ਇੱਕ ਚੀਜ਼ ਵੇਖਦਾ ਹੁੰਦਾ ਸੀ ਕਿ ਸੰਗਤਾਂ ਜਿਹੜੀਆਂ ਨੇ, ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਨਗਰ ਕੀਰਤਨ ਨਿਕਲਦਾ ਸੀ ਤਾਂ ਉੱਥੇ ਕੇਲਿਆਂ ਦੇ ਛਿਲਕੇ, ਉੱਥੇ ਹੋਰ ਜਿਹੜੇ ਨੇ ਉਹ ਰੋਡ ਤੋਂ ਜਿਹੜੇ ਤੋਂ ਨਿਕਲਦੇ ਪਤਾ ਲੱਗ ਜਾਂਦਾ ਸੀ ਵੀ ਇੱਥੋਂ ਕੋਈ ਗੁਜ਼ਰ ਕੇ ਗਿਆ, ਗੰਦਗੀ ਹੁੰਦੀ ਸੀ। ਲੇਕਿਨ ਤੁਹਾਡੇ ਪ੍ਰੋਜੈਕਟ ਦੇ ਬਾਅਦ ਹੁਣ ਜਦੋਂ ਉੱਥੇ ਨਗਰ ਕੀਰਤਨ ਨਿਕਲਦਾ, ਪਿੱਛੇ ਬੱਚੇ ਜਿਹੜੇ ਨੇ, ਨੌਜਵਾਨ ਬੱਚੇ ਜਿਹੜੇ ਨੇ, ਉਹ ਕਲੈਕਸ਼ਨ ਕਰਦੇ ਨੇ ਸਾਸਰ ਗਾਰਬੇਜ ਦੀ, ਤੇ ਪਤਾ ਨਹੀਂ ਲੱਗਣ ਦਿੰਦੇ ਕਿ ਇੱਥੇ ਕੀ ਹੋਇਆ ਸੀ। ਉਹਦੇ ਬਾਰੇ ਕੀ ਕਹੋਗੇ? ਸੋਚ ਕਿੱਥੋਂ ਆਈ ਦਿਮਾਗ ਦੇ ਵਿੱਚ? ਸੋਚ ਫਿਰ ਜੀ ਪ੍ਰੇਰਨਾ ਜਿਹੜੀ ਉਹ ਗੁਰਬਾਣੀ ਹੋਈ ਹੈ। ਓਕੇ। ਤੇ ਹੈ ਨਾ,
ਜਿਵੇਂ ਉਹ ਆਂਦਾ ਨਾ ਵੀ ਗੁਰਬਾਣੀ ਦੇ ਵਿੱਚ ਵੀ ਜਿੱਥੇ ਗੁਰੂ ਸਾਹਿਬ ਜਾਂਦੇ ਨੇ ਉਹ ਸਾਰਾ ਸਥਾਨ ਹਰਿਆ ਹੋ ਜਾਂਦਾ। ਨਾਲ ਅਸੀਂ ਤਸਵੀਰ ਵੀ ਦਿਖਾਈਏ ਜਿਹੜੀ ਉਹ ਜਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚੋਂ ਨਿਕਲਦੇ ਨੇ। ਹਾਂਜੀ ਹਾਂਜੀ ਤੇ ਹਾਂਜੀ। ਉਹਦੇ ਬਾਰੇ ਨਾਲ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਹੈਗਾ। ਸੋ ਇਹ ਸਾਰਾ ਕਲੀਨਿੰਗ ਐਫਰਟ ਵੀ ਜਿਹੜਾ ਚੱਲਦਾ ਪਿਆ ਉੱਥੇ ਵੀ ਅਸੀਂ ਤਾਂ ਇਹ ਸਾਰੇ ਧਰਮਾਂ ਨੂੰ ਨਾਲ ਇਸ ਪਾਸੇ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਾਡੀ ਜਿਹੜੀ ਸੋਚ ਹੈ ਗੁਰਬਾਣੀ ਤੋਂ ਸੀਗੀ ਵੀ ਜਿੱਥੇ ਸਾਡੇ ਗੁਰੂ ਸਾਹਿਬਾਨ ਦੀ ਸਵਾਰੀ ਚੱਲ ਕੇ ਜਾ ਰਹੀ ਹੈ ਤਾਂ ਉਸ ਤਰ੍ਹਾਂ ਜਿੱਥੇ ਵੀ ਕਿਸੇ ਹੋਰ ਧਰਮ ਦੇ ਬਾਰੇ ਵੀ ਉਹਨਾਂ ਦੇ ਜਿਹੜੇ ਅਵਤਾਰ ਨੇ, ਸੋ ਮੈਨੂੰ ਲੱਗਦਾ ਉਹ ਅਸਥਾਨ ਸਾਫ਼ ਰਹਿਣੇ ਚਾਹੀਦੇ ਆ। ਸੋ ਦੈਟ ਇਨਸਪੀਰੇਸ਼ਨ ਬਿਕਮ ਕਿ ਉਹਦੇ 'ਚ ਸਾਰੇ ਵਲੰਟੀਅਰ ਫੋਰਸ ਉਹ ਸਾਰੇ ਨਾਲ ਜੁੜ ਰਹੇ ਨੇ। ਆਰਗੇਨਾਈਜੇਸ਼ਨਸ ਲਾਈਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਿਊਨਿਸਪਲ ਕਾਰਪੋਰੇਸ਼ਨ ਆਫ ਇੰਡੀਆ, ਇਹਨਾਂ ਸਾਰਿਆਂ ਵੱਲੋਂ ਸਹਿਯੋਗ ਮਿਲਦਾ ਵੀ ਵਲੰਟੀਅਰਸ ਤਾਂ ਅੰਮ੍ਰਿਤਸਰ ਦੇ ਇਕੱਠੇ ਹੁੰਦੇ ਨੇ। ਇਹ ਤੁਸੀਂ ਇਹ ਵੀ ਵੇਖੋਗੇ ਕਈ ਉੱਥੋਂ ਦੇ ਡਾਕਟਰਸ ਤੇ ਇੰਜੀਨੀਅਰਸ, ਸਟੂਡੈਂਟਸ, ਪ੍ਰੋਫੈਸਰਸ, ਉਹ ਦੇ ਆਲ ਜੁਆਇਨ ਕਿ ਅਸੀਂ ਆਪਣੇ ਨਗਰ ਕੀਰਤਨਸ ਨੂੰ ਕਲੀਨ ਐਂਡ ਗ੍ਰੀਨ ਬਣਾਉਣਾ। ਬਿਲਕੁਲ। ਤੇ ਇਹਦੇ ਨਾਲ ਹੁਣ ਤੁਹਾਡਾ ਅਮਰੀਕਾ ਦੌਰੇ ਦਾ ਕੀ ਮਕਸਦ ਹੈ? ਉਹਦੇ ਕਾਹਦੇ ਵਾਸਤੇ ਤੁਸੀਂ ਜਿਹੜਾ ਇੱਥੇ ਇਸ ਵੇਲੇ ਪਹੁੰਚੇ ਹੋਏ ਹੋ? ਮੇਰਾ ਮੇਨ ਮਕਸਦ ਇਹੀ ਹੈ ਕਿ ਜਿਹੜੀ ਪੰਜਾਬ ਦੀ ਧਰਤੀ ਦੀ ਇਸ ਟਾਈਮ ਹਾਲਤ ਹੈ ਜੀ, ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਇੱਥੇ ਸੰਗਤਾਂ ਦੇ ਸਾਹਮਣੇ। ਮੈਂ ਰੱਖਣਾ ਚਾਹੁੰਦਾ ਵੀ ਹੋ ਕੀ ਰਿਹਾ, ਇਹ ਤੇ ਮੈਂ ਦੁਬਾਰਾ ਆਉਣਾ ਚਾਹਾਂਗਾ। ਪਲੱਸ ਮੈਂ ਜਿਹੜਾ ਉਹ ਚੈਲੰਜ ਹੈ ਉਹਦਾ ਸੋਲਿਊਸ਼ਨ ਵੀ ਸ਼ੇਅਰ ਕਰਨਾ, ਜਿਹੜਾ ਗੁਰੂ ਹਰਿਰਾਏ ਜੀ ਦਾ ਮੈਸੇਜ ਹੈ ਵੀ ਉਹ ਦਾਮਨ ਸੰਕੋਚ ਚਲੋ। ਤੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਦੋਵੇਂ ਗੱਲਾਂ ਪੇਸ਼ ਕਰਨੀਆਂ ਚਾਹਾਂਗਾ। ਜ਼ਰੂਰ ਜ਼ਰੂਰ ਜ਼ਰੂਰ। ਜਿਹੜੀ ਪੰਜਾਬ ਦੀ ਧਰਤੀ ਦੇ ਵਿੱਚ ਇਸ ਟਾਈਮ ਵੀ ਕੈਂਸਰ ਦਾ ਇਸ਼ੂ ਇੰਨਾ ਜ਼ਿਆਦਾ ਵੱਧ ਚੁੱਕਾ, ਤੇ ਦੂਜੇ ਪਾਸੇ ਅਸੀਂ ਵੇਖੀਏ ਟੋਟਲ ਪੰਜਾਬ ਦਾ ਜਿਹੜਾ ਫੋਰੈਸਟ ਕਵਰ ਹੈ ਉਹ 3.5% ਹੈ। ਤੇ ਅਮਰੀਕਾ ਦੀ ਤੁਸੀਂ ਕਿਸੇ ਵੀ ਸਟੇਟ ਦਾ ਤੁਸੀਂ ਫੋਰੈਸਟ ਕਵਰ ਚੈੱਕ ਕਰ ਲਓ, ਉਹ 18 ਤੋਂ ਲੈ ਕੇ 25% ਤੱਕ ਜ਼ਰੂਰ ਹੁੰਦਾ ਹੈ ਔਨ ਐਵਰੇਜ। ਤੇ ਪੰਜਾਬ ਵਿੱਚ ਐਸੀ ਕਿਹੜੀ ਕਮੀ ਹੈ? ਸੋ ਸਾਡੇ ਉੱਥੋਂ ਦੇ ਜਿਹੜੇ ਪਾਣੀ ਨੇ ਉਹਨਾਂ ਦੇ ਵਿੱਚ ਇੰਡਸਟਰੀਅਲ ਐਫਲੂਐਂਟਸ ਨੇ ਜਿਹੜੇ ਉਹ ਉਹਦੇ ਵਿੱਚ ਕੀਤੇ ਜਾ ਰਹੇ ਨੇ ਡਾਇਵਰਟ। ਤੇ ਜਿਹੜੀ ਐਗਰੀਕਲਚਰ ਲੈਂਡ ਹੈ ਉਹਦੇ ਤੇ ਕੈਮੀਕਲ ਸਪਰੇ ਜਿਹੜੀ ਬੁਰੀ ਤਰ੍ਹਾਂ ਕੀਤੀ ਜਾ ਰਹੀ ਹੈ। ਸੋ ਇਹ ਤਿੰਨੇ ਚੀਜ਼ਾਂ ਮਿਲਾ ਕੇ ਜਿਹੜੀ ਪੰਜਾਬ ਦੇ ਵਿੱਚ ਭਰਪੂਰ ਕੈਂਸਰ ਦੀ ਜਿਹੜੀ ਆਪਣੀ ਇਸ਼ੂ ਇੰਨਾ ਵੱਡਾ ਖੜਾ ਹੋ ਗਿਆ ਹੈ ਵੀ ਅਸੀਂ ਲੋਕ ਇਹਨੂੰ ਹਾਈਲਾਈਟ ਕਰੀਏ, ਅਸੀਂ ਲੋਕ ਮਿਲ ਕੇ ਇਹਦੇ ਲਈ ਸੋਲਿਊਸ਼ਨ ਲੱਭੀਏ, ਸਰਕਾਰਾਂ ਦੇ ਉੱਤੇ ਦਬਾਅ ਬਣਾਈਏ ਕੁਝ, ਜਾਂ ਉਹਨਾਂ ਨੂੰ ਅਪੀਲ ਕਰੀਏ, ਜਾਂ ਆਈ ਡੋਂਟ ਮੀਨ ਟੂ ਕਨਫਰੰਟ ਵਿਦ them but we have to deal with we have to lobby our issues। ਤੇ ਇਹਨੂੰ ਜਿਵੇਂ ਹੁਣ ਤੇ ਔਨ ਟੌਪ ਆਫ ਇਟ ਜਿਹੜੀ ਮੈਂ ਸੰਗਤਾਂ ਨਾਲ ਇੱਥੇ ਗੱਲ ਕਰਨ ਆਇਆ, ਜੇ ਮੈਂ ਆਪਣੀ ਸਿਰਫ ਸਿੱਖ ਕਮਿਊਨਿਟੀ ਦੀ ਗੱਲ ਕਰਾਂ, 80% ਜਿਹੜੇ ਸਿੱਖ ਨੇ ਉਹ ਪੰਜਾਬ ਦੇ ਵਿੱਚ ਵਸਦੇ ਨੇ। ਬਿਲਕੁਲ। 20% ਜਿਹੜੇ ਨੇ ਬਾਕੀ ਸਕੈਟਰਡ ਨੇ ਵੀ ਕਿਸੇ ਵੀ ਹੋਰ ਮੁਲਕਾਂ 'ਚ ਨੇ। ਸੋ ਜੇ ਮੈਂ ਲਾਵਾਂ ਤੁਹਾਨੂੰ, ਮੈਂ ਕੁਐਸਚਨ ਪੁੱਛਾਂ ਵੀ ਜਿਹੜੇ ਸਿੱਖਾਂ ਦਾ ਫਿਊਚਰ ਹੈ ਜਾਂ ਸਿੱਖ ਫੇਥ ਦਾ ਫਿਊਚਰ ਹੈ ਉਹ 20% ਤੇ ਰਿਲਾਈ ਕਰਦਾ ਕਿ 80% ਤੇ ਤੁਹਾਡਾ ਜਵਾਬ ਕੀ ਹੋਊਗਾ? ਬਿਲਕੁਲ 80%। ਸੋ ਜੇ ਅਸੀਂ ਉਸ 80% ਦਾ ਖਿਆਲ 20% ਨੇ ਨਾ ਰੱਖਿਆ, ਪਲੱਸ ਇਹ ਨਹੀਂ ਮੈਂ ਕਹਿੰਦਾ ਕਿ 80% ਆਪਣਾ ਖਿਆਲ ਨਾ ਰੱਖੇ, ਪਰ ਅਸੀਂ ਜੇ ਉਹਨਾਂ ਦਾ ਖਿਆਲ ਨਾ ਰੱਖਿਆ ਤੇ ਅਸੀਂ ਸਿੱਖੀਜ਼ਮ ਦਾ ਖਿਆਲ ਰੱਖਿਆ ਕਿ ਨਾ। ਪਰ ਇਹਦੇ ਨਾਲ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜਾ ਤੁਸੀਂ ਇਹ ਪ੍ਰੋਜੈਕਟ ਚਲਾਇਆ ਹੈ, ਜਿਹੜੀ ਤੁਸੀਂ ਆਪਣੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਲਈ ਹੈ, ਇਹਦੇ ਨਾਲ ਕੀ ਸਰਕਾਰੀ ਸੋਚ ਦੇ ਵਿੱਚ ਵੀ ਤਬਦੀਲੀ ਆਈ ਹੈ? ਜੀ ਜ਼ਰੂਰ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਨ 2011 ਦੇ ਵਿੱਚ ਅਸੀਂ ਪਲਾਸਟਿਕ ਫ੍ਰੀ ਹੋਲਾ ਮਹੱਲਾ ਦੀ ਅਪੀਲ ਕੀਤੀ ਸੀ ਜੀ। ਤੇ ਉਦੋਂ ਜਿਹੜੇ ਆਪਣੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਚੇਅਰਮੈਨ ਹੁੰਦੇ ਸੀਗੇ ਸਰਦਾਰ ਕਾਹਨ ਸਿੰਘ ਪੰਨੂ, ਤੇ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਜਿਹੜੀ ਪਲਾਸਟਿਕ ਬੈਨ ਦੀ ਐਲਾਨ ਕਰਤਾ ਸੀਗਾ। ਸੋ 30 ਮਾਈਕਰੋਨ ਤੋਂ ਥੱਲੇ ਜਿਹੜਾ ਲਿਫਾਫਾ ਸੀ ਉਹ ਵਰਤਣਾ ਬੰਦ ਹੋ ਗਿਆ ਸੀਗਾ। ਸੋ ਇਹ ਜਿਹੜੀ ਤਬਦੀਲੀ ਹੈ ਇਹ ਨਿੱਕੀ ਜਿਹੀ ਇੱਕ ਅਪੀਲ ਤੋਂ ਵੀ ਨਿਕਲ ਸਕਦੀ ਹੈ। ਤੇ ਹੁਣ 350 ਸਾਲਾ ਦਿਵਸ ਜਿਹੜਾ ਅਨੰਦਪੁਰ ਸਾਹਿਬ ਦਾ ਮਨਾਇਆ ਗਿਆ, ਉਦੋਂ ਵੀ ਸਾਡੀ ਸੰਸਥਾ ਵੱਲੋਂ ਇੱਕ ਪੁਰਜੋਰ ਬੇਨਤੀ ਵਾਂਗੂ ਗਈ ਹੈ ਅਖਬਾਰਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਵਸਾਈ ਹੋਈ ਨਗਰੀ ਹੈ ਇਹ ਆਪਣੀ ਸੈਰੇਨਿਟੀ ਤੇ ਆਪਣੀ ਬਿਊਟੀ ਲੂਜ਼ ਕਰ ਰਹੀ ਹੈ। ਲਗਾਤਾਰ ਇੱਥੇ ਲੈਂਡ ਪੋਲਿਊਸ਼ਨ ਹੋ ਰਿਹਾ ਐਂਡ ਇਟਸ ਦ ਰਿਸਪੌਂਸਿਬਿਲਿਟੀ ਐਂਡ ਡਿਊਟੀ ਆਫ ਪੰਜਾਬ ਸਰਕਾਰ and ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ and the followers of ਗੁਰੂ ਤੇਗ ਬਹਾਦਰ to protect ਵੀ ਅਸੀਂ ਉਸ ਸ਼ਹਿਰ ਦਾ ਬਚਾਅ ਕਰੀਏ, ਵੀ ਅਸੀਂ ਇਕੱਲੇ ਦਿਵਸ ਮਨਾਈਏ ਵੀ ਨਗਰ ਕੀਰਤਨ ਜਾਂ ਸ਼ਬਦ ਕੀਰਤਨ ਨਾਲ ਇਹ ਜ਼ਰੂਰੀ ਨੇ, ਪਰ ਅਸੀਂ ਉਸ ਸ਼ਹਿਰ ਬਾਰੇ ਵੀ ਤਾਂ ਸੋਚੀਏ ਜਿਹਦਾ ਅਸੀਂ ਮਨਾਇਆ ਕਰ ਰਹੇ ਹਾਂ, ਜਿਹਦੀ ਅਸੀਂ ਕਰ ਰਹੇ ਹਾਂ ਸੈਲੀਬ੍ਰੇਸ਼ਨ। ਤੇ ਉਹਦੇ ਨਾਲ ਇਫੈਕਟ ਇਹ ਨਿਕਲਿਆ ਕਿ ਉੱਥੇ ਹੁਣ ਜਾਣੇ ਪਲਾਨਸ ਜਿਹੜੇ ਬਣ ਰਹੇ ਨੇ ਪਤਾਲਪੁਰੀ ਏਰੀਆ ਦੇ ਵਿੱਚ ਮੈਡੀਸਿਨਲ ਗਾਰਡਨਸ ਬਣਨ ਦੇ, ਤੇ ਉੱਥੇ ਸਾਰੇ ਸ਼ਹਿਰ ਦੇ ਵਿੱਚ 3 ਲੱਖ ਦੇ ਕਰੀਬ ਬੂਟੇ ਲਾਉਣ ਦਾ ਜਿਹੜੀ ਸੋਚ ਹੈ, ਪ੍ਰਸਤਾਵ ਸ਼੍ਰੋਮਣੀ ਕਮੇਟੀ ਨੇ ਅੱਗੇ ਰੱਖਿਆ, ਵਿਚ ਇਜ਼ ਮੈਂ ਖਿਆਲ ਆਪਣੇ ਆਪ 'ਚ ਬੜੇ ਅਸੀਂ ਧੰਨਵਾਦੀ ਹਾਂ ਕਿ ਇਹ ਕੰਮ ਤੁਰ ਰਿਹਾ ਤੇ ਮੇਰਾ ਖਿਆਲ ਐਕਸੀਲੈਂਟ ਵਰਕ ਹੈ ਜੀ ਇਹ। ਪਰ ਇਹਦੇ ਚੀਜ਼ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਕਿ ਅਸੀਂ ਜਿਸ ਤਰ੍ਹਾਂ ਬਹੁਤ ਸਾਰੇ ਇਸ਼ੂਜ਼ ਅਸੀਂ ਇੱਥੇ ਜਿਹੜੇ ਰੇਜ਼ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ, ਉਹਦੇ 'ਚ ਅਸੀਂ ਇਹ ਵੀ ਕਰਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਗੋਲਡਨ ਟੈਂਪਲ ਹੈ ਉਹਦੇ 'ਚ ਜਿਹੜਾ ਹੈ ਉਹਨਾਂ ਦੇ ਗੋਲਡਨ ਦੇ ਉੱਤੇ ਵੀ ਜਿਹੜਾ
ਉੱਥੋਂ ਦੇ ਧੂਏ ਦੇ ਕਰਕੇ, ਉੱਥੋਂ ਦੇ ਪੋਲੂਸ਼ਨ ਕਰਕੇ ਵੀ ਜਿਹੜਾ ਫਰਕ ਪੈ ਰਿਹਾ ਤੇ ਕੀ ਤੁਸੀਂ ਉਹਦੇ ਬਾਰੇ ਵੀ ਕੁਝ ਸੋਚ ਰਹੇ ਹੋ ਕਿ ਹੋਰ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ, ਜਾਂ ਜਿਹੜੇ ਲੋਕ ਆਪਣੀ ਨਾਲਾਇਕੀ ਦੇ ਨਾਲ ਇਸ ਵਧੀਆ ਇਤਿਹਾਸਕ ਬਿਲਡਿੰਗ ਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ ਉਹਨਾਂ ਨੂੰ ਵੀ ਰੋਕਿਆ ਜਾਵੇ? ਜੀ ਜ਼ਰੂਰ, ਗੱਲ ਤਾਂ ਜ਼ਰੂਰ ਕਰੀਦੀ ਹੈ ਵੀ ਜਿਹੜਾ ਉੱਥੇ ਆਲਰੇਡੀ ਵੈਸੇ ਤਾਂ ਹੁਣ ਕਮੇਟੀ ਵੱਲੋਂ ਤੇ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੀ ਟ੍ਰੈਫਿਕ ਰਿਸਟ੍ਰਿਕਸ਼ਨਸ ਅੱਗੇ ਨਾਲੋਂ ਬਹੁਤ ਇਨਫੋਰਸਡ ਹੈ ਵੀ ਰੇਅਰਲੀ ਮੇਰਾ ਖਿਆਲ ਮੈਂ ਕਿਸੇ ਗੱਡੀ ਨੂੰ ਉੱਥੇ ਲੰਘਦਾ ਵੇਖਿਆ ਹੋਵੇ ਵੀ ਬਿਯੋਂਡ ਗਲਿਆਰਾ ਜਿਹੜਾ ਉੱਥੇ, ਕਿਉਂਕਿ ਉੱਥੇ ਹੁਣ ਪਾਰਕਿੰਗ ਬਹੁਤ ਵਧੀਆ ਬਣ ਗਈ ਹੈ, ਪੀਪਲ ਵਾਕ ਟੂਵਰਡਸ ਗੋਲਡਨ ਟੈਂਪਲ ਜੀ, ਤੇ ਇਹ ਆਪਣੇ ਆਪ 'ਚ ਵੈਸੇ ਕੰਮ ਤੁਰਿਆ, ਪਰ ਜਿਹੜਾ ਆਲ ਟੁਗੈਦਰ ਵੀ ਟ੍ਰੈਫਿਕ ਦੀ ਜਿਹੜੀ ਉੱਥੇ ਪ੍ਰੋਬਲਮ ਹੈ ਵੀ 40,000 ਤੋਂ ਉੱਪਰ 3 ਵੀਲਰ ਨੇ ਜਿਹੜੇ ਕੋਈ ਕਈ ਤਰ੍ਹਾਂ ਦੇ ਮਿੱਟੀ ਦਾ ਤੇਲ, ਡੀਜ਼ਲ ਵਿੱਚ ਸਰੋਂ ਦਾ ਤੇਲ, ਕੀ ਕੁਛ ਸਾਰਾ ਮਿਕਸਚਰ ਜਿਹਾ ਕਰਕੇ ਉਹ ਪਾ ਕੇ ਤੇ ਦੇ ਰਨ ਦੇ ਆਟੋ, ਤੇ ਉਹਦੇ ਨਾਲ ਸਾਰੇ ਸ਼ਹਿਰ ਦੀ ਪੋਲਿਊਸ਼ਨ ਹੋ ਰਹੀ ਹੈ। ਸੋ ਅਸੀਂ ਪਬਲਿਕ ਟਰਾਂਸਪੋਰਟੇਸ਼ਨ ਇੰਟਰੋਡਿਊਸ ਕਰਨ ਬਾਰੇ ਕਈ ਵਾਰੀ ਸਾਡਾ ਡਾਇਲੋਗ DC ਸਾਹਿਬ ਨਾਲ ਉੱਥੇ ਹੋਇਆ, ਤੇ ਰੀਸੈਂਟਲੀ ਲਾਈਕ ਵਿਦਿਨ ਲਾਸਟ 6 ਮੰਥਸ ਉੱਥੇ 90 ਪਬਲਿਕ ਟਰਾਂਸਪੋਰਟ ਬੱਸਿਸ ਉੱਥੇ ਇੰਟਰੋਡਿਊਸ ਹੋਈਆਂ ਅੰਮ੍ਰਿਤਸਰ ਦੇ ਵਿੱਚ, ਤੇ ਮੇਰਾ ਖਿਆਲ ਇਟਸ ਆਲ ਐਪਰੀਸੀਏਸ਼ਨ ਵੀ ਆਪਾਂ